ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਕੁਝ ਅਹਿਮ ਖਬਰਾਂ ਤੇ ਆਓ ਹੁਣ ਵਿਚਾਰ ਕਰੀਏ। ਸਭ ਤੋਂ ਪਹਿਲੀ ਤੇ ਅਹਿਮ ਖਬਰ ਜਿਹਦੇ ਤੇ ਗੱਲਬਾਤ ਕਰਾਂਗੇ, ਅਫਗਾਨਿਸਤਾਨ ਦੀ 16 ਵਰਿਆਂ ਦੀ ਮੁਟਿਆਰ ਦੀ ਘਰ ਘਰ ਚਰਚਾ ਹੋ ਰਹੀ ਹੈ। ਜਿੱਥੋਂ ਅਮਰੀਕਾ ਵਰਗੀ ਸੁਪਰ ਪਾਵਰ ਉਹਨਾਂ ਨੂੰ ਜਿੱਤ ਨਾ ਸਕੀ, ਨੱਕ ਚਣੇ ਚਬਾ ਦਿੰਦੇ ਨੇ ਉਹ ਉੱਥੋਂ ਦੇ ਅਤਵਾਦੀ। ਹਰੀ ਸਿੰਘ ਨਲੂਏ ਤੋਂ ਬਗੈਰ ਕਿਸੇ ਨੇ ਅਫਗਾਨਿਸਤਾਨ ਨੂੰ ਸਰ ਨਹੀਂ ਕੀਤਾ। ਹਿੰਮਤ ਬਥੇਰਿਆਂ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਉਹਨਾਂ ਅਤਵਾਦੀਆਂ ਨੂੰ ਕਈਆਂ ਨੂੰ ਭੁੰਨ ਦਿੱਤਾ ਤੇ ਕਈ ਜ਼ਖਮੀ ਕਰ ਦਿੱਤੇ। ਭਾਣਾ ਵਾਪਰਿਆ ਕਿਵੇਂ, ਖਬਰ ਵਿਸਥਾਰ ਨਾਲ ਦੱਸਾਂਗਾ। ਇਹਦੇ ਨਾਲ ਜੇਕਰ ਅਸੀਂ ਸਿੱਖਣਾ ਹੋਵੇ, ਪੜ੍ਹਨਾ ਹੋਵੇ, ਉਮਰ ਕੋਈ ਨਹੀਂ। 100 ਉੜੀਕੇ ਅਸੀਂ ਢਾਹ ਲੈਂਦੇ ਹਾਂ, ਪਰ ਜੇ ਅਸੀਂ ਕੰਮ ਕਰਨਾ ਨਾ ਹੋਵੇ, ਬਹਾਨੇ 100 ਬਣਾ ਲੈਂਦੇ ਹਾਂ ਜੇ ਅਸੀਂ ਕੰਮ ਕਰਨਾ ਨਾ ਹੋਵੇ। ਪਰ ਜੇ ਕਰਨਾ ਹੋਵੇ, ਆਹ ਲੁਧਿਆਣੇ ਵਾਲੀ ਖਬਰ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ ਹੋ ਸਕਦੀ ਹੈ। ਇੱਕ ਖਬਰ, ਕਰੋਨਾ ਵਾਇਰਸ ਨੇ ਇੱਕੋ ਹੀ ਪਰਿਵਾਰ ਦੇ 6 ਜੀਆਂ ਦੀ 10 ਦਿਨਾਂ ਦੇ ਅੰਦਰ ਜਾਨ ਲੈ ਲਈ ਹੈ। ਹੁਣ ਕਰੋਨਾ ਵਾਇਰਸ ਤੇ ਉਸ ਪਰਿਵਾਰ ਵਿੱਚ ਦਸਤਕ ਦੇ ਸਕਦਾ ਹੈ, ਤਾਂ ਸਾਨੂੰ ਵੀ ਆਪਣਾ ਬਚਾਅ ਕਰਨ ਦੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ, ਲਾਜ਼ਮੀ ਹੈ। ਇੱਕ ਖਬਰ, ਨੋਬਲ ਪੁਰਸਕਾਰ ਹਰ ਵਾਰੀ ਦਿੱਤਾ ਜਾਂਦਾ ਹੈ। ਭੌਤਿਕ ਵਿਗਿਆਨੀ ਨੂੰ ਦਿੱਤਾ ਜਾਂਦਾ, ਰਸਾਇਣ ਵਿਗਿਆਨੀ ਨੂੰ ਦਿੱਤਾ ਜਾਂਦਾ, ਦੁਨੀਆ 'ਚ ਸ਼ਾਂਤੀ ਬਹਾਲ ਕਰਨ ਵਾਲੇ ਇਨਸਾਨ ਨੂੰ ਦਿੱਤਾ ਜਾਂਦਾ ਹੈ, ਜਾਂ ਸਾਹਿਤ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ। ਕਈ ਖੇਤਰ ਨੇ ਜਿਨ੍ਹਾਂ ਵਿੱਚ ਹਰ ਵਾਰੀ ਨੋਬਲ ਪੁਰਸਕਾਰ ਵਿਜੇਤਾ ਅਤੇ ਉਹਨਾਂ ਨੂੰ ਉਚੇਚੇ ਤੌਰ ਤੇ ਫਿਰ ਨੋਬਲ ਪੁਰਸਕਾਰ ਦਿੱਤੇ ਜਾਂਦੇ ਆ। 1901 ਤੋਂ ਲਗਾਤਾਰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ ਤੇ ਹੁਣ 64 ਵਰ੍ਹਿਆਂ ਤੋਂ ਬਾਅਦ ਇਸ ਵਾਰ ਨੋਬਲ ਪੁਰਸਕਾਰ ਵਿਜੇਤਾ ਨੋਬਲ ਪੁਰਸਕਾਰ ਪ੍ਰਾਪਤ ਜਾ ਕੇ ਨਹੀਂ ਕਰ ਸਕਣਗੇ, ਕਰੋਨਾ ਵਾਇਰਸ ਦੇ ਕਾਰਨ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇਟਲੀ ਦਾ ਇੱਕ ਸਭ ਤੋਂ ਛੋਟਾ ਪਿੰਡ ਕਹਿ ਲਾਂ ਜਾਂ ਸਭ ਤੋਂ ਛੋਟੀ ਨਗਰ ਪਾਲਿਕਾ, ਉੱਥੇ ਮੇਲੇ ਵਰਗਾ, ਤਿਉਹਾਰ ਵਰਗਾ ਮਾਹੌਲ ਹੈ। ਕਿਉਂ ਹੈ? ਇਹ ਖਬਰ ਬਹੁਤ ਅਹਿਮ ਹੈ, ਇਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਨੂੰ ਵਿਸਥਾਰ ਦੇ ਦਿਆਂ, ਇਹਦੇ ਤੇ ਆਪਾਂ ਗੱਲਬਾਤ ਕਰੀਏ, ਉਹਦੇ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਰੋਜ਼ਾਨਾ ਦਾ ਆਪਣਾ ਰਾਬਤਾ ਕਾਇਮ ਰਹੇ, ਅਤੇ ਸਬਸਕ੍ਰਾਈਬ ਕਰਨ ਦੇ ਨਾਲ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਕਦੋਂ ਕੋਈ ਨਵਾਂ ਵੀਡੀਓ ਅਪਲੋਡ ਕਰ ਦਿੱਤਾ ਗਿਆ। ਤੇ ਜੇਕਰ ਪ੍ਰੋਗਰਾਮ ਵੇਖਣ ਤੋਂ ਬਾਅਦ ਚੰਗਾ ਲੱਗਦਾ ਹੈ, 2 ਬੇਨਤੀਆਂ ਹੋਰ ਨੇ ਕਿ ਇੱਕ ਲਾਈਕ ਵਾਲਾ ਬਟਨ ਤੇ ਦੂਸਰਾ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ। ਹੁਣ ਸਭ ਤੋਂ ਪਹਿਲੀ ਤੇ ਅਹਿਮ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਅਫਗਾਨਿਸਤਾਨ ਦੇ ਇੱਕ ਪਿੰਡ ਵਿੱਚ ਇੱਕ 16 ਵਰ੍ਹਿਆਂ ਦੀ ਮੁਟਿਆਰ ਨੇ AK-47 ਚੱਕਣ ਦਾ ਕਾਰਨ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਬੀਤੀ 17 ਤਰੀਕ ਨੂੰ ਰਾਤ ਦੇ 1 ਵਜੇ ਦਰਵਾਜ਼ਾ ਖੜਕਿਆ ਤੇ ਖੋਲ੍ਹਿਆ, ਅੰਦਰ ਅਤਵਾਦੀ ਆ ਵੜੇ। ਇਸ ਮੁਟਿਆਰ ਜਿਹੜੀ 16 ਵਰ੍ਹਿਆਂ ਦੀ ਆ, ਸਿਰਫ ਇਹਦੇ ਮਾਂ ਨੂੰ ਤੇ ਇਹਦੇ ਬਾਪ ਨੂੰ ਧੱਕਾ ਮੁੱਕੀ ਕੀਤੀ, ਬੇਦਰਦੀ ਦੇ ਨਾਲ, ਬਹੁਤ ਬੇਹਯਾ ਦੇ ਨਾਲ ਧੱਕੇ ਮਾਰੇ, ਮੁੱਕੀਆਂ ਮਾਰੀਆਂ, ਘਸੁੰਨ ਮਾਰੇ ਤੇ ਫਿਰ ਗੋਲੀਆਂ ਦੇ ਨਾਲ ਭੁੰਨ ਦਿੱਤਾ। ਬੇਦਰਦੀ ਨਾਲ ਕਤਲ ਕਰ ਦਿੱਤੇ ਦੋਵੇਂ। ਹੁਣ ਇੱਕ ਪਾਸੇ ਅੱਖਾਂ ਦੇ ਸਾਹਮਣੇ ਮੌਤ, ਜਿਨ੍ਹਾਂ ਨੂੰ ਕਿਸੇ ਕਾਨੂੰਨ ਦਾ ਕੋਈ ਡਰ ਨਹੀਂ, ਉਹਨਾਂ ਦੇ ਹੱਥਾਂ ਦੇ ਵਿੱਚ ਅਸਾਲਟਾਂ ਨੇ, ਪਰ ਇਸ ਮੁਟਿਆਰ ਦਾ ਹੌਸਲਾ ਦੇਖੋ। AK-47 ਚੱਕੀ, 1 ਘੰਟੇ ਤੱਕ ਫਾਇਰਿੰਗ ਹੁੰਦੀ ਰਹੀ। ਉਧਰੋਂ ਅਤਵਾਦੀ ਕਰਦੇ ਰਹੇ ਤੇ ਇਧਰੋਂ ਇਹ ਲੜਕੀ ਕਰਦੀ ਰਹੀ। 3 ਅਤਵਾਦੀ ਢੇਰ ਕਰ ਦਿੱਤੇ, 3 ਭੁੰਨ ਦਿੱਤੇ, ਕਈ ਜ਼ਖਮੀ ਕਰ ਦਿੱਤੇ। ਜਦੋਂ ਪਿੰਡ ਦੇ ਵਿੱਚ ਕਾੜ ਹੋਣ ਲੱਗੀ, ਪਿੰਡ ਦੇ ਲੋਕ ਜਾਗੇ। ਪਿੰਡ ਦੇ ਲੋਕਾਂ ਨੇ ਸਰਕਾਰੀ ਦਰਬਾਰੇ ਪਹੁੰਚ ਕੀਤੀ ਤੇ ਪਿੰਡ ਵੀ ਆਇਆ ਤੇ ਫਿਰ ਫੋਰਸ ਵੀ ਆਈ, ਜਿਨ੍ਹਾਂ ਨੇ ਅਤਵਾਦੀ ਭਜਾ ਦਿੱਤੇ ਪਰ ਫੜ ਕਿਸੇ ਨੂੰ ਨਹੀਂ ਸਕੇ। ਫਿਰ ਹੈਰਾਨੀ ਦੀ ਹੱਦ ਕਿ ਇਸ ਕੱਲੀ ਮੁਟਿਆਰ ਨੇ 3 ਮਾਰਤੇ, ਕਈ ਜ਼ਖਮੀ ਕਰ ਦਿੱਤੇ। ਤੇ ਉਹਦੇ ਤੋਂ ਬਾਅਦ ਇਸ ਲੜਕੀ ਦੀ ਘਰ ਘਰ ਚਰਚਾ ਕਿ ਇੰਨੀ ਬਹਾਦਰ ਮੁਟਿਆਰ। ਤੇ ਉਹਦੇ ਤੋਂ ਬਾਅਦ ਇਹ ਤੇ ਇਹਦਾ ਇੱਕ ਹੋਰ ਭਰਾ ਏ। ਹੁਣ ਇਹਨਾਂ ਦੀ ਜਾਨ ਨੂੰ ਖਤਰਾ ਹੈ ਕਿ ਉਸ ਘਰ ਦੇ ਉੱਤੇ ਅਤਵਾਦੀ ਦੁਬਾਰਾ ਹਮਲਾ ਕਰ ਸਕਦੇ ਆ। ਉੱਥੋਂ ਦੀ ਸਰਕਾਰ ਨੇ ਕਿਸੇ ਅਣਦੱਸੀ ਥਾਂ ਤੇ, ਸੁਰੱਖਿਅਤ ਥਾਂ ਤੇ ਇਹਨਾਂ ਦਾ ਠਹਿਰਾਅ ਕਰ ਦਿੱਤਾ। ਦੋਵਾਂ ਨੂੰ ਉਸ ਘਰ ਦੇ ਵਿੱਚੋਂ ਲੈ ਗਏ ਨੇ। ਪਰ ਇਹਨੂੰ ਜਦੋਂ ਪੁੱਛਿਆ ਗਿਆ ਕਿ ਕਾਰਨ ਕੀ ਰਿਹਾ, ਉਹ ਕਹਿੰਦੀ ਮੈਂ ਆਪਣੀ ਮਾਂ ਤੇ ਬਾਪ ਤੋਂ ਬਗੈਰ ਇੱਕ ਪਲ ਅੱਜ ਤੱਕ ਜਿੰਦਾ ਨਹੀਂ ਰਹੀ। ਇੱਕ ਪਲ ਮੈਂ ਉਹਨਾਂ ਤੋਂ ਕਦੇ ਪਾਸੇ ਨਹੀਂ ਰਹੀ। ਮੇਰੀਆਂ ਅੱਖਾਂ ਦੇ ਸਾਹਮਣੇ ਬੇਦਰਦੀ ਨਾਲ ਜਿਸ ਤਰ੍ਹਾਂ ਉਹਨਾਂ ਨੂੰ ਮਾਰਿਆ ਗਿਆ, ਕੁੱਟਿਆ ਗਿਆ, ਕਤਲ ਕੀਤਾ ਗਿਆ, ਮੈਂ ਨਹੀਂ ਜਰ ਸਕਦੀ ਸੀ।
ਮੇਰੇ ਸਾਹਮਣੇ ਸਿਰਫ ਦੋ ਬਦਲ ਸੀ, ਇੱਕ ਆਪਣੀ ਜ਼ਿੰਦਗੀ ਤੇ ਇੱਕ ਮੌਤ। ਇਹਦੇ ਤੋਂ ਪਹਿਲਾਂ ਕਿ ਮੈਨੂੰ ਵੀ ਉਸੇ ਤਰੀਕੇ ਨਾਲ ਕੁੱਟਦੇ, ਮਾਰਦੇ, ਕਤਲ ਕਰਦੇ, ਮੈਂ ਸੋਚਿਆ ਕਿ ਇਹ ਬਦਲਾ ਪਤਾ ਨਹੀਂ ਕਾਨੂੰਨ ਕਦੋਂ ਲਊ, ਮੈਨੂੰ ਤਾਂ ਹੁਣੇ ਲੈ ਲੈਣਾ ਚਾਹੀਦਾ। ਅਗਲੀ ਖਬਰ ਵੱਲ ਰੁਖ ਕਰਦੇ ਹਾਂ ਕਿ ਹਰ ਵਰੇ ਨੋਬਲ ਪੁਰਸਕਾਰ ਦਿੱਤਾ ਜਾਂਦਾ ਹੈ। ਭੌਤਿਕ ਵਿਗਿਆਨੀ ਨੂੰ ਦਿੱਤਾ ਜਾਂਦਾ, ਸਾਹਿਤ ਦੇ ਦਿੱਤਾ ਜਾਂਦਾ, ਰਸਾਇਣ ਦੇ ਵਿੱਚ ਦਿੱਤਾ ਜਾਂਦਾ, ਤੇ ਨਾਲ ਨਾਲ ਸ਼ਾਂਤੀ ਬਹਾਲੀ ਵਾਸਤੇ ਵੀ ਦਿੱਤਾ ਜਾਂਦਾ, ਅਰਥ ਸ਼ਾਸਤਰ ਨੂੰ ਵੀ ਦਿੱਤਾ ਜਾਂਦਾ, ਅਰਥ ਸ਼ਾਸਤਰੀ ਨੂੰ ਕਿਸੇ ਨੂੰ। 1901 ਦੇ ਵਿੱਚ ਅਲਫਰਡ ਨੋਬਲ ਇੱਕ ਵਿਗਿਆਨੀ ਹੋਇਆ ਜਿਹਦੇ ਨਾਂ ਦੇ ਉੱਤੇ ਇਹ ਨੋਬਲ ਪੁਰਸਕਾਰ ਹਰ ਵਾਰੀ ਦਿੱਤਾ ਜਾਂਦਾ ਹੈ। ਪਰ ਹੁਣ ਤੱਕ ਇਹ ਨੋਬਲ ਪੁਰਸਕਾਰ ਕਿਹੜੇ ਕਿਹੜੇ ਸਾਲ ਨਹੀਂ ਸੀ ਦਿੱਤਾ ਗਿਆ। ਸਭ ਤੋਂ ਪਹਿਲੀ ਵਾਰੀ ਇਹ ਉਸ ਸਾਲ ਨਹੀਂ ਸੀ ਦਿੱਤਾ ਜਦੋਂ ਫਸਟ ਵਰਲਡ ਵਾਰ ਲੱਗੀ। ਦੂਸਰੀ ਵਾਰੀ ਸੈਕੰਡ ਵਰਲਡ ਵਾਰ ਦੇ ਵੇਲੇ ਵੀ ਇਹ ਨੋਬਲ ਪੁਰਸਕਾਰ ਨਹੀਂ ਸੀ ਦਿੱਤਾ ਗਿਆ। ਉਹਦੇ ਤੋਂ ਬਾਅਦ 1956 ਦੇ ਵਿੱਚ ਇੱਕ ਵਾਰੀ ਫਿਰ ਇਹ ਨੋਬਲ ਪੁਰਸਕਾਰ ਨਹੀਂ ਸੀ ਦਿੱਤੇ ਗਏ। ਉਸ ਵਕਤ ਰੂਸ ਦੇ ਵਿੱਚ ਸੰਘਰਸ਼ ਚੱਲ ਰਹੇ ਸੀ, ਪ੍ਰਦਰਸ਼ਨ ਚੱਲ ਰਹੇ ਸੀ। ਪਰ 1956 ਤੋਂ ਬਾਅਦ ਲਗਭਗ 64 ਸਾਲ ਤੋਂ ਬਾਅਦ ਇਸ ਵਾਰ ਕਰੋਨਾ ਵਾਇਰਸ ਨੇ ਇੱਕ ਵਾਰ ਫਿਰ ਇਸ ਪੁਰਸਕਾਰ ਤੇ ਬ੍ਰੇਕਾਂ ਲਾ ਦਿੱਤੀਆਂ ਨੇ ਤੇ ਦੁਨੀਆ ਦਾ ਸਭ ਤੋਂ ਵੱਡਾ ਤੇ ਵਕਾਰੀ ਇਹ ਪੁਰਸਕਾਰ ਹੈ। ਭਾਵੇਂ ਅਰਥ ਸ਼ਾਸਤਰੀ ਦੇ ਤੌਰ ਤੇ ਕਿਹਨੂੰ, ਭੌਤਿਕ ਵਿਗਿਆਨੀ ਦੇ ਤੌਰ ਤੇ ਕਿਹਨੂੰ ਅਵਾਰਡ ਦੀ ਚੋਣ ਕੀਤੀ ਜਾਏਗੀ, ਉਹਨਾਂ ਦੇ ਨਾਮ ਐਲਾਨੇ ਵੀ ਜਾਣਗੇ, ਪਰ ਹਰ ਵਰੇ ਇਹ ਜਿਹੜਾ ਇਨਾਮ ਹੈ ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਵਿੱਚ ਦਿੱਤਾ ਜਾਂਦਾ ਹੈ। ਉੱਥੇ ਦਾਵਤ ਦਿੱਤੀ ਜਾਂਦੀ ਹੈ, ਲਗਭਗ 1300 ਦੁਨੀਆ ਭਰ ਦੀ ਕਰੀਮ ਇਕੱਠੀ ਹੁੰਦੀ ਹੈ, ਖਾਣਾ ਪਰੋਸਿਆ ਜਾਂਦਾ ਹੈ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਫਿਰ ਉੱਥੇ ਪੁਰਸਕਾਰ ਤਕਸੀਮ ਕੀਤੇ ਜਾਂਦੇ ਨੇ। ਇਸ ਵਾਰ ਇਹ ਸਟਾਕਹੋਮ ਦੇ ਵਿੱਚ ਅਵਾਰਡ ਸਮਾਗਮ ਨਹੀਂ ਹੋਵੇਗਾ। ਇਹ ਪਹਿਲੀ ਵਾਰੀ ਹੋ ਰਿਹਾ 64 ਵਰ੍ਹਿਆਂ ਤੋਂ ਬਾਅਦ ਕਿ ਕਰੋਨਾ ਵਾਇਰਸ ਦੀ ਮਾਰ ਜਿੱਥੇ ਵਿਆਹਾਂ ਨੂੰ ਪਈ ਹੈ, ਫਿਲਮ ਜਗਤ ਨੂੰ ਪੈ ਗਈ ਹੈ, ਵੱਡੇ ਵੱਡੇ ਕਾਰੋਬਾਰਾਂ ਨੂੰ ਪੈ ਗਈ ਹੈ, ਲਗਭਗ ਦੁਨੀਆ ਦਾ ਹਰ ਪਹਿਲੂ, ਹਰ ਖੇਤਰ ਪ੍ਰਭਾਵਿਤ ਕੀਤਾ ਹੈ, ਉਸੇ ਦੀ ਭੇਂਟ ਇਸ ਸਾਲ ਇਸ ਵਰੇ ਨੋਬਲ ਪੁਰਸਕਾਰ ਸਮਾਗਮ ਵੀ ਚੜ੍ਹ ਗਏ ਨੇ। ਅਗਲੀ ਖਬਰ ਜਦੋਂ ਆਪਾਂ ਕਰੋਨਾ ਵਾਇਰਸ ਦੇ ਨਾਲ ਜੁੜੀ ਸਾਂਝੀ ਕਰੀਏ, ਝਾਰਖੰਡ ਦੇ ਵਿੱਚ ਪੈਂਦਾ ਧੰਨਬਾਦ ਦੇ ਵਿੱਚ ਇੱਕੋ ਹੀ ਪਰਿਵਾਰ ਦੇ ਵਿੱਚ 10 ਦਿਨਾਂ ਦੇ ਅੰਦਰ 6 ਜੀਆਂ ਦੀ ਜਾਨ ਚਲੇ ਗਈ। 2 ਵਿਅਕਤੀ ਹਾਲੇ ਵੀ ਪੋਜ਼ਿਟਿਵ ਨੇ, ਕਰੋਨਾ ਵਾਇਰਸ ਦੇ ਨਾਲ ਲੜਾਈ ਕਰ ਰਹੇ ਨੇ। ਜੇ ਹੁਣ ਇੱਕ ਪਰਿਵਾਰ ਦੇ ਵਿੱਚ 6 ਜੀ ਜਾ ਸਕਦੇ ਨੇ, ਤੁਸੀਂ ਆਪ ਹਿਸਾਬ ਲਾ ਕੇ ਦੇਖੋ ਕਿ ਇੱਕ ਪਰਿਵਾਰ ਦੇ ਵਿੱਚ 8 ਦੇ ਵਿੱਚੋਂ 6 ਜੀਆਂ ਦਾ ਤੁਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਮੰਦਭਾਗੀ ਤੇ ਅਫਸੋਸਜਨਕ ਖਬਰ ਹੈ। ਅਸੀਂ ਅੱਜ ਦੀ ਇਸ ਖਬਰ ਨੂੰ ਤੁਹਾਡੇ ਨਾਲ ਇਸ ਕਰਕੇ ਵੀ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਘੱਟੋ ਘੱਟ ਅਸੀਂ ਸਾਵਧਾਨੀਆਂ, ਅਸੀਂ ਇਤਿਹਾਦ ਵਰਤੀਏ ਤਾਂ ਕਿ ਅੱਜ ਕਿਸੇ ਇੱਕ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਦੁਰਘਟਨਾ ਵਾਪਰੀ ਹੈ, ਕੱਲ੍ਹ ਨੂੰ ਕਿਸੇ ਹੋਰ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ। ਸਭ ਤੋਂ ਪਹਿਲਾਂ 10 ਦਿਨਾਂ ਦੇ ਅੰਦਰ ਜਿਹੜੀਆਂ ਮੌਤਾਂ ਹੋਈਆਂ ਨੇ, ਇਸ ਪਰਿਵਾਰ ਦੀ ਸਭ ਤੋਂ ਉਮਰ ਦਰਾਜ਼ ਔਰਤ ਜਿਹੜੀ ਇਹਨਾਂ ਬਾਕੀ 5 ਮਰਨ ਵਾਲਿਆਂ ਦੀ ਮਾਂ ਸੀ, 88 ਵਰ੍ਹਿਆਂ ਦੀ ਔਰਤ ਸੀ। ਸਭ ਤੋਂ ਪਹਿਲਾਂ 4 ਜੁਲਾਈ ਵਾਲੇ ਦਿਨ ਉਸ ਔਰਤ ਦੀ ਮੌਤ ਹੋਈ। 4 ਤੋਂ 14 ਜੁਲਾਈ ਦੇ ਵਿਚਕਾਰ ਉਸ ਔਰਤ ਦੇ 5 ਹੋਰ ਪੁੱਤ ਵੀ ਦੁਨੀਆ ਨੂੰ ਅਲਵਿਦਾ ਗਏ। ਇਹਨਾਂ ਵਿੱਚ ਇੱਕ 60 ਵਰ੍ਹਿਆਂ ਦਾ ਸੀ, ਇੱਕ 65 ਵਰ੍ਹਿਆਂ ਦਾ ਸੀ, ਇੱਕ 66 ਵਰ੍ਹਿਆਂ ਦਾ ਸੀ, ਇੱਕ 70 ਵਰ੍ਹਿਆਂ ਦਾ ਸੀ ਤੇ ਇੱਕ 72 ਵਰ੍ਹਿਆਂ ਦਾ ਸੀ। ਇੱਕ ਮਾਂ ਤੇ 5 ਉਸ ਦੇ ਪੁੱਤ ਝਾਰਖੰਡ ਦੇ ਧੰਨਬਾਦ ਦੇ ਵਿੱਚ ਕਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਦਮ ਤੋੜ ਗਏ ਨੇ। ਹੁਣ ਅਗਲੀ ਖਬਰ ਜਿਹੜੀ ਹੈ, ਮਾਂ ਤੇ ਪੁੱਤ ਦੀ ਹੋਈ ਖਬਰ ਉਹ ਹੈ। ਅਸਲ ਦੇ ਵਿੱਚ ਇੱਕ ਔਰਤ ਹੈ, ਲੁਧਿਆਣੇ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਵਕਤ ਵਾਰਡ ਅਟੈਂਡੈਂਟ ਦੇ ਤੌਰ ਤੇ ਪਾਰਟ ਟਾਈਮ ਕੰਮ ਕਰਦੀ ਹੈ। ਇਸ ਔਰਤ ਨੇ 12ਵੀਂ ਜਮਾਤ ਦਾ ਪਰਚਾ ਹੁਣ ਦਿੱਤਾ। ਉਹਦੀਆਂ 2 ਧੀਆਂ ਪਹਿਲਾਂ ਗ੍ਰੈਜੂਏਟ ਹੋ ਚੁੱਕੀਆਂ ਨੇ ਤੇ ਇਸ 12ਵੀਂ ਜਮਾਤ ਦੇ ਇਮਤਿਹਾਨ ਦੇ ਜਿਹੜੇ ਨਤੀਜੇ ਆਏ ਨੇ ਉਹ ਆਪ ਵੀ ਪਾਸ ਹੋਈ ਹੈ ਤੇ ਉਹਦਾ ਪੁੱਤ ਵੀ ਪਾਸ ਹੋਇਆ ਹੈ। ਮਾਂ ਤੇ ਪੁੱਤ ਦੋਵਾਂ ਦਾ ਨਤੀਜਾ ਇੱਕੋ ਹੀ ਦਿਨ, ਇੱਕੋ ਹੀ ਜਮਾਤ। ਕਹਿਣ ਦਾ ਭਾਵ ਕਿ ਜੇ ਅਸੀਂ ਪੜ੍ਹਨਾ ਹੋਵੇ ਤਾਂ ਉਮਰ ਕੋਈ ਅੜਿੱਕਾ ਨਹੀਂ ਢਾਹ ਸਕਦੀ, ਜੇ ਕੁਝ ਸਿੱਖਣਾ ਹੋਵੇ ਉਮਰ ਕੋਈ ਅੜਿੱਕਾ ਨਹੀਂ ਢਾਹ ਸਕਦੀ। ਨਹੀਂ ਤੇ 100 ਬਹਾਨੇ ਆ, ਨਹੀਂ ਲੋਕ ਕੀ ਕਹਿਣਗੇ, ਹੁਣ ਮੇਰਾ ਪੁੱਤ ਵੀ ਪੜ੍ਹਦਾ ਹੋਊ ਤੇ ਮੈਂ ਵੀ ਉਹੀ ਇਮਤਿਹਾਨ ਦੇਵਾਂ, ਵਗੈਰਾ ਵਗੈਰਾ ਬਹਾਨੇ ਕੀਤੇ ਜਾ ਸਕਦੇ ਆ। ਅਸਲ ਦੇ ਵਿੱਚ ਜਦੋਂ ਇਸ ਔਰਤ ਨੂੰ ਪੁੱਛਿਆ ਗਿਆ ਕਿ ਹੁਣ ਤੁਹਾਨੂੰ ਪੜ੍ਹਨ ਦੀ ਚੇਟਕਾ ਚੰਚੇਤ ਕਿਵੇਂ ਲੱਗੀ, ਉਹਨਾਂ ਦੱਸਿਆ ਕਿ 1999 ਦੇ ਵਿੱਚ ਮੈਂ 9ਵੀਂ ਦਾ ਇਮਤਿਹਾਨ ਦਿੱਤਾ। ਜਦੋਂ 1990 ਦੇ ਵਿੱਚ ਮੈਂ 10ਵੀਂ ਦੇ ਵਿੱਚ ਹੋਈ ਘਰੇਲੂ ਕੁਝ ਮੁਸ਼ਕਲ ਹਾਲਾਤ ਇਸ ਤਰ੍ਹਾਂ ਦੇ ਬਣੇ, ਮੈਂ 10ਵੀਂ ਦਾ ਇਮਤਿਹਾਨ ਲਿਖ ਨਾ ਸਕੀ। ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ
ਉਹਦੇ ਘਰ ਵਾਲੇ ਨੇ 2015 ਦੇ ਵਿੱਚ ਜਦੋਂ ਉਹਨੂੰ ਪੁੱਛਿਆ ਕਿ ਤੂੰ ਕਿਉਂ ਨਹੀਂ ਪੜ੍ਹ ਸਕੀ, ਕਾਰਨ ਕੀ ਰਹੇ, ਉਹ ਕਹਿੰਦੇ ਜਦੋਂ ਮੈਂ ਸਾਰੀ ਗੱਲਬਾਤ ਦੱਸੀ ਪਰ ਮੈਂ ਪੜ੍ਹਨਾ ਚਾਹੁੰਦੀ ਹਾਂ। ਫਿਰ 2017 ਦੇ ਵਿੱਚ ਉਹਨੇ ਹੱਲਾਸ਼ੇਰੀ ਦਿੱਤੀ ਕਿ ਮੈਂ ਤੇਰੇ ਨਾਲ ਹਾਂ, ਚੱਲ ਤੂੰ ਪੜ੍ਹ। ਇਹੀ ਮੁੰਡਾ 2017 ਦੇ ਵਿੱਚ ਜਦੋਂ 10ਵੀਂ ਦੇ ਵਿੱਚ ਹੋਇਆ ਤੇ ਇਹਨੇ ਵੀ 10ਵੀਂ ਦਾ ਇਮਤਿਹਾਨ ਲਿਖਿਆ, ਉਸ ਵਕਤ ਵੀ ਇਹ ਮਾਂ ਤੇ ਪੁੱਤ 10ਵੀਂ ਦੇ ਵਿੱਚੋਂ ਇਕੱਠੇ ਪਾਸ ਹੋਏ। ਹੁਣ 2012 ਦੇ ਵਿੱਚ ਮਾਫ ਕਰਨਾ, ਹੁਣ ਇਸ ਸਾਲ ਇਹਨਾਂ ਨੇ ਫਿਰ ਇਕੱਠਿਆਂ ਨੇ 12ਵੀਂ ਦਾ ਇਮਤਿਹਾਨ ਲਿਖਿਆ। ਇਸ ਔਰਤ ਦਾ ਨਾਮ ਰਜਨੀ ਹੈ, ਜਿਹਨੇ ਇਸ ਇਮਤਿਹਾਨ ਦੇ ਵਿੱਚੋਂ 55.7% ਅੰਕ ਪ੍ਰਾਪਤ ਕੀਤੇ ਹੈ ਤੇ ਇਹਦੇ ਪੁੱਤਰ ਦੀਪਕ ਨੇ 72.4% ਅੰਕ ਪ੍ਰਾਪਤ ਕੀਤੇ ਹੈ। ਹੁਣ ਤੁਸੀਂ ਦੇਖੋ, ਉਹਨਾਂ ਨੇ ਕਿਹਾ ਕਿ ਮੈਨੂੰ ਜਿੰਨੀ ਖੁਸ਼ੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਉਹ ਕਹਿੰਦੀ ਮੈਂ ਪਾਰਟ ਟਾਈਮ ਜੌਬ ਕਰਦੀ ਹਾਂ ਸਿਵਲ ਹਸਪਤਾਲ ਦੇ ਵਿੱਚ ਵਾਰਡ ਅਟੈਂਡੈਂਟ ਦੇ ਤੌਰ ਤੇ। ਹੁਣ ਮੈਨੂੰ ਲੱਗਦਾ ਕਿ ਮੈਂ 12ਵੀਂ ਜਮਾਤ ਪਾਸ ਕਰ ਲਈ ਹੈ ਕਿ ਸ਼ਾਇਦ ਮੇਰੀ ਨੌਕਰੀ ਵੀ ਪੱਕੀ ਹੋ ਜਾਵੇਗੀ। ਜੇ ਨੌਕਰੀ ਨੂੰ ਇੱਕ ਪਾਸੇ ਵੀ ਰੱਖ ਦਈਏ, ਇਹਦੇ ਵਿੱਚੋਂ ਇੱਕ ਚੀਜ਼ ਸਾਨੂੰ ਸਿੱਖਣ ਵਾਲੀ ਇਹ ਮਿਲਦੀ ਹੈ ਕਿ ਇੱਕ ਤਾਂ ਉਮਰ ਸਾਡੀ ਪੜ੍ਹਾਈ ਵਿੱਚ ਅੜਿੱਕਾ ਨਹੀਂ ਬਣ ਸਕਦੀ। ਦੂਸਰੀ ਗੱਲ ਇਹ ਕਿ ਜੇਕਰ ਅਸੀਂ ਪਰਿਵਾਰ ਦੇ ਵਿੱਚ ਤਾਲਮੇਲ ਰੱਖੀਏ, ਪਿਆਰ ਮੁਹੱਬਤ ਤੇ ਇਤਫਾਕ ਰੱਖੀਏ, ਇੱਕ ਦੂਸਰੇ ਦਾ ਸਹਿਯੋਗ ਕਰੀਏ, ਤਾਂ ਅਸੀਂ ਕੋਈ ਵੱਡੀ ਤੋਂ ਵੱਡੀ ਮੰਜ਼ਿਲ ਵੀ ਸਰ ਕਰ ਸਕਦੇ ਹਾਂ। ਪਰ ਜੇ ਲੜਾਈ ਝਗੜੇ ਕਰੀਏ ਤਾਂ ਮੰਜ਼ਿਲ ਦੇ ਨੇੜੇ ਜਾ ਕੇ ਵੀ ਅਸੀਂ ਨਿਸ਼ਾਨੇ ਤੋਂ ਉੱਕ ਸਕਦੇ ਹਾਂ, ਅਸੀਂ ਖੁੰਝ ਸਕਦੇ ਹਾਂ। ਅਗਲੀ ਖਬਰ, ਇਟਲੀ ਦਾ ਸੂਬਾ ਪੈਂਦਾ ਲੋਂਬਾਰਡੀ। ਲੋਂਬਾਰਡੀ ਦੇ ਵਿੱਚ ਪੈਂਦਾ ਮੋਰਟਾਰਨੋ। ਮੋਰਟਾਰਨੋ ਸੂਬੇ ਦੇ ਵਿੱਚ ਤਿਉਹਾਰ ਵਰਗਾ ਖੁਸ਼ੀ ਦਾ ਮਾਹੌਲ ਹੈ। ਇਸ ਪਿੰਡ ਦੇ ਵਿੱਚ ਸਿਰਫ 28 ਬੰਦੇ ਰਹਿੰਦੇ ਸੀ ਤੇ 29ਵਾਂ ਬੱਚਾ ਇਹ ਜੰਮਿਆ। ਅਸਲ ਦੇ ਵਿੱਚ ਇਸ ਪਿੰਡ ਦੀ ਆਬਾਦੀ ਪਹਿਲਾਂ ਵੀ 29 ਸੀ। ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਪੂਰੇ ਪਿੰਡ ਦੀ ਆਬਾਦੀ ਸਿਰਫ 28 ਰਹਿ ਗਈ। ਉੱਥੋਂ ਦੇ ਮੇਅਰ ਨੇ ਕਿਹਾ ਜਿਹੜੀ ਪੂਰੀ ਇਟਲੀ ਦੀ ਸਭ ਤੋਂ ਛੋਟੀ ਨਗਰਪਾਲਿਕਾ ਹੈ, ਉਹ ਕਹਿੰਦੇ ਪਿੰਡ ਦੇ ਵਿੱਚ ਮੇਲੇ ਵਾਂਗੂ ਜਸ਼ਨ ਕਰਾਂਗੇ, ਤਿਉਹਾਰ ਵਾਂਗੂ ਮਨਾਵਾਂਗੇ। ਤੇ ਇਸ ਪਿੰਡ ਦੀ ਸਦੀਆਂ ਤੋਂ ਇੱਕ ਪਰੰਪਰਾ ਚੱਲੀ ਆ ਰਹੀ ਹੈ, ਜਦੋਂ ਤੋਂ ਵੀ ਉੱਥੇ ਇਹ ਪਰਿਵਾਰ ਰਹਿੰਦੇ ਨੇ। ਜੇਕਰ ਪਿੰਡ ਦੇ ਵਿੱਚ ਲੜਕੇ ਦਾ ਜਨਮ ਹੋਵੇ ਤਾਂ ਘਰ ਦੇ ਦਰਵਾਜ਼ੇ ਤੇ ਨੀਲੇ ਰੰਗ ਦਾ ਰੀਬਨ ਬੰਨ੍ਹ ਕੇ ਉਸ ਨੂੰ ਕੱਟਿਆ ਜਾਂਦਾ ਹੈ, ਤੇ ਜੇਕਰ ਪਿੰਡ ਦੇ ਵਿੱਚ ਲੜਕੀ ਪੈਦਾ ਹੋਵੇ ਤਾਂ ਗੁਲਾਬੀ ਰੰਗ ਦਾ, ਪਿੰਕ ਰੰਗ ਦਾ ਰੀਬਨ ਬੰਨ੍ਹ ਕੇ ਉਹ ਕੱਟਿਆ ਜਾਂਦਾ ਹੈ। ਹੁਣ ਹਸਪਤਾਲ ਦੇ ਵਿੱਚ ਇਸ ਬੱਚੇ ਨੇ ਜਨਮ ਲਿਆ। ਲੜਕੀ ਦੀ ਮਾਂ ਤੇ ਲੜਕੀ ਦੇ ਬਾਪ ਨੇ ਵੀ ਦੱਸਿਆ ਕਿ ਸਾਡੇ ਵਾਸਤੇ ਇਸ ਤੋਂ ਵਧੀਆ ਕੋਈ ਦਿਨ ਨਹੀਂ ਹੋ ਸਕਦਾ। ਇਸ ਪਿੰਡ ਦੇ ਵਿੱਚ 8 ਵਰ੍ਹਿਆਂ ਤੋਂ ਬਾਅਦ ਇਸ ਬੱਚੇ ਨੇ ਜਨਮ ਲਿਆ। ਸਾਲ 2012 ਦੇ ਵਿੱਚ ਇੱਥੇ ਇੱਕ ਧੀ ਰਾਣੀ ਨੇ ਜਨਮ ਲਿਆ ਸੀ। ਉਹਦੇ ਤੇ ਉਸ ਜਨਮ ਵੇਲੇ ਵੀ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ। ਤੇ ਹੁਣ ਇੱਕ ਵਾਰ ਫਿਰ ਤੋਂ ਇਸ ਪਿੰਡ ਦੇ ਵਿੱਚ ਮੇਲੇ ਵਰਗਾ ਮਾਹੌਲ ਹੈ। ਪਰ ਜੇਕਰ ਇਟਲੀ ਦੀ ਆਬਾਦੀ ਤੇ ਨਜ਼ਰ ਮਾਰੀਏ ਤਾਂ ਜਿਹੜੀ ਸਾਲ 2019 ਦੇ ਵਿੱਚ ਉੱਥੋਂ ਦੀ ਇੱਕ ਬੱਚਿਆਂ ਦੇ ਜੰਮਣ ਦੀ ਰਿਪੋਰਟ ਪੇਸ਼ ਕੀਤੀ ਗਈ ਸੀ, ਉਸ ਦੇ ਵਿੱਚ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ। 2019 ਦੀ ਰਿਪੋਰਟ ਦੇ ਮੁਤਾਬਕ ਪੂਰੀ ਇਟਲੀ ਦੇ ਵਿੱਚ 4,20,000 ਤੇ 170 ਬੱਚਿਆਂ ਨੇ ਜਨਮ ਲਿਆ ਸੀ। ਹੁਣ 2019 ਦੇ ਵਿੱਚ ਇੰਨੇ ਬੱਚੇ ਜਨਮ ਲਏ, ਪਰ ਇਹਨੂੰ ਜੇਕਰ ਪਿੱਛੇ ਦੇਖੀਏ ਤਾਂ 1861 ਤੋਂ ਬਾਅਦ ਸਭ ਤੋਂ ਘੱਟ ਬੱਚਿਆਂ ਨੇ ਜੇਕਰ ਜਨਮ ਲਿਆ ਸੀ ਤਾਂ ਪਿਛਲੇ ਸਾਲ ਲਿਆ ਸੀ। ਭਾਵ ਤੁਸੀਂ ਆਪ ਹਿਸਾਬ ਲਾ ਕੇ ਦੇਖੋ ਕਿ 1861 ਵਿੱਚ ਵੀ ਇਟਲੀ ਵਿੱਚ ਇਹਦੇ ਤੋਂ ਵੱਧ ਬੱਚੇ ਜੰਮੇ ਸੀ ਜਿੰਨੇ ਪਿਛਲੇ ਸਾਲ 2019 ਵਿੱਚ ਜੰਮੇ। ਕਹਿਣ ਦਾ ਭਾਵ ਇਟਲੀ ਦੀ ਜਨਗਣਨਾ ਜਦੋਂ ਕੀਤੀ ਗਈ ਉਸ ਦੇ ਵਿੱਚ ਪਤਾ ਲੱਗਿਆ ਕਿ ਉੱਥੇ ਬੱਚਿਆਂ ਦੇ ਜੰਮਣ ਦੀ ਦਰ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸੇ ਕਰਕੇ ਇਸ ਪਿੰਡ ਦੇ ਵਿੱਚ 8 ਵਰ੍ਹਿਆਂ ਤੋਂ ਬਾਅਦ ਇਹ ਨਵਾਂ ਬੱਚਾ ਜੰਮਣ ਤੋਂ ਬਾਅਦ ਖੁਸ਼ੀ ਦਾ ਮਾਹੌਲ ਹੈ। ਦੋਸਤੋ, ਇਸ ਬੱਚੇ ਦਾ ਨਾਮ ਰੱਖਿਆ ਗਿਆ ਡੇਨਿਸ। ਹੁਣ ਡੇਨਿਸ ਨੂੰ ਪਿੰਡ ਦੇ ਵਿੱਚ ਰਾਜਿਆਂ ਵਾਂਗ, ਮਹਾਰਾਜਿਆਂ ਵਾਂਗ ਲਿਆਂਦਾ ਜਾਣਾ ਅਤੇ ਉਹਦੇ ਨਾਲ ਨਾਲ ਕਿਉਂਕਿ ਇਟਲੀ ਕਰੋਨਾ ਵਾਇਰਸ ਦੀ ਮਾਰ ਦਾ ਝੰਬਿਆ ਮਸਾਂ ਉੱਠ ਰਿਹਾ ਹੈ, ਇੱਕ ਵਾਰੀ ਫਿਰ ਤੋਂ ਪਿੰਡ ਦੇ ਵਿੱਚ ਵੱਡਾ ਜਸ਼ਨ ਕੀਤਾ ਜਾਣਾ ਹੈ। ਇਸ ਡੈਨਿਸ ਦੀ ਮਾਂ ਨੇ ਆਖਿਆ ਕਿ ਸਾਡੇ ਛੋਟੇ ਪਿੰਡ ਦੀ ਆਬਾਦੀ ਦੇ ਵਿੱਚ ਤੇ ਜਸ਼ਨ ਦੇ ਵਿੱਚ ਡੈਨਿਸ ਦਾ ਬਹੁਤ ਵੱਡਾ ਰੋਲ ਰਹੇਗਾ, ਕਿਉਂਕਿ ਪਿੰਡ ਦੇ ਵਿੱਚ ਡੈਨਿਸ ਦੇ ਜੰਮਣ ਦੀ ਘਰ ਘਰ ਖੁਸ਼ੀ ਮਨਾਈ ਜਾ ਰਹੀ ਹੈ। ਸੋ ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਕਹਿਣਾ ਚਾਹੁੰਦਾ ਕਿ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੁਹਾਡਾ ਧੰਨਵਾਦੀ ਹੋਵਾਂਗਾ, ਤੇ ਨਾਲ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਔਨ ਕਰ ਲਿਓ। ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਸਤਿ ਸ੍ਰੀ ਅਕਾਲ, ਧੰਨਵਾਦ।